अस्सलाम वालेकुम नाज़रीन, मैं हूं प्रोफेसर शीज़ा। और जैसा कि आप हमारे चैनल्स पे डिजर्विंग लोगों की मोस्टली वीडियो देखते हैं, आज एक बहुत हैरत अंगेज केस लेके आपके सामने आए हैं और उम्मीद है कि आप लोग इस वीडियो को जरूर देखेंगे और आगे शेयर भी करेंगे और जिस मकसद के लिए वो बनाई गई है उस मकसद में हमारा साथ जरूर देंगे। हमारे साथ सोनिया मौजूद हैं जिसके 4 बच्चे हैं। इनका शोहर जो है अख्तर नामी बंदा, जो कि अड्डे पर काम करता है मजदूरी का, और वो कई सालों से लाहौर में जो है वो काम कर रहा है और अब शादी के बाद भी वो लाहौर में ही मजदूरी कर रहा था। और जबकि इनके बीवी बच्चे जो है अख्तर के, वो मौलिया चिश्ती गांव में जो है वो रह रहे थे और वो इधर लाहौर में मजदूरी करता था और अपने बच्चों के लिए जो है वो खर्चा भेजता था। और एक दिन ऐसा आता है कि 1 साल पहले की बात है कि वो मजदूरी के लिए खड़ा था अड्डे पर और वहां से कोई लेडीज उसको काम के लिए घर ले जाती है, जिस तरह सब लोग जो है मजदूरों को लेके जाते हैं। और वो लेडीज काम के लिए लेके जाने के बाद वो बंदा वापस घर नहीं आता। और आप सोच रहे होंगे कि हमें कैसे पता कि वहां से उसको जो है वो लेडीज लेके गई है। ये सारी कहानी आपको सोनिया खुद बताएगी और अख्तर के भाई बताएंगे कि जब अख्तर गायब हुआ 1 साल से वो शख्स लापता है और जब इनको पता चलता है तो उस वक्त 3 माह गुजर चुके होते हैं। 3 माह बाद उसकी पहली कॉल आती है जिससे इनको पता चलता है कि वो औरत लेके गई है और वो कैसे लेके गई है और वो अब तो शख्स कहाँ है। तो पूछते हैं सोनिया से। सोनिया, ये आपका शख्स है, आपका मियाँ है ये? जी। वाकई तो डमी है? हाँ जी। निकाहनामा भी ਤੁਹਾਡਾ जी साडा असली वाला है? हाँ जी। बच्चे भी ਤੁਹਾਡੇ ही ने? हाँ जी साडे ने ਤੇ ਫਿਰ ਤੁਸੀਂ ਦੱਸੋ ਕਿ ਤੁਹਾਡਾ 1 ਸਾਲ ਹੋ ਗਿਆ ਤੁਹਾਡਾ ਮੀਆਂ ਲਾਪਤਾ ਹੋਇਆ ਹੈ, ਤਾਂ 3 ਮਹੀਨੇ ਬਾਅਦ ਜਦੋਂ ਪਹਿਲੀ ਕਾਲ ਆਈ ਸੀ ਉਹਦੇ ਚ ਤੁਹਾਨੂੰ ਕੀ ਪਤਾ ਚੱਲਿਆ ਸੀ? ਉਹਨੇ ਸਾਨੂੰ ਇਹ ਪਤਾ ਚੱਲਿਆ ਸੀ ਕਿ ਉਹਨੇ ਦੱਸਿਆ ਕਿ ਮੈਂ ਸਾਊਦੀ ਅਰਬ ਜੇਲ੍ਹ ਵਿੱਚ ਪਕੜਾ ਗਿਆ ਤੇ मैं तो नहीं हो गया, मैं इत्थे ही हैगा ਤੇ मैं बड़ा परेशान रो रो के ਆਦਾ हाल हो जाई। ਉਹਨੇ ਤੁਹਾਨੂੰ ਦੱਸਿਆ ਕਿ ਕੋਈ ਔਰਤ ਲੈ ਕੇ ਗਈ ਸੀ? हाँ जी, ਉਹਨੇ ਦੱਸਿਆ ਕਿ ਮੈਂ ਕੋਈ ਔਰਤ ਮੈਨੂੰ ਲੈ ਕੇ ਗਈ ਹੈ ਤੇ ਉਹਨੇ ਉੱਥੇ ਮੈਨੂੰ ਅੱਗੇ। ਔਰ ਔਰਤ ਜੋ ਹੈ ਉਹ ਬੇਗਮ ਕੋਟ ਦੀ ਸੀ? हाँ जी। ਇਹ ਤੁਹਾਨੂੰ ਕਨਫਰਮ ਉਹਨੇ ਖੁਦ ਦੱਸਿਆ? हाँ जी, ਉਹਨੇ ਦੱਸਿਆ। ਉਸ ਤੋਂ ਬਾਅਦ ਅੱਗੇ ਤੁਹਾਡੀ ਉਹਦੇ ਨਾਲ ਬਾਤਚੀਤ ਜਿਹੜੀ ਫੋਨ ਤੇ ਹੋਈ ਦੁਬਾਰਾ ਕਿੰਨੇ ਅਰਸੇ ਬਾਅਦ ਹੋਈ? 2 ਹਫ਼ਤਿਆਂ ਬਾਅਦ ਹੋਈ ਸੀ ਦੁਬਾਰਾ ਬਾਤਚੀਤ। ਕੀ ਕਹਿੰਦੇ ਸੀ 2 ਹਫ਼ਤੇ ਬਾਅਦ ਜਦੋਂ ਫੋਨ ਤੇ ਇਹਨਾਂ ਨੇ ਕੀ ਗੱਲਬਾਤ ਦੱਸੀ ਕਿ ਹੁਣ ਉਹ ਕਿੱਥੇ ਹੈਗੇ ਨੇ? ਉਹਨੇ ਮੈਂ ਇਹੀ ਦੱਸਿਆ ਵੀ ਮੈਂ ਤੇ ਸਾਊਦੀ ਅਰਬ ਜੇਲ੍ਹ ਵਿੱਚ ਆ ਤੇ ਮੈਂ ਬੜੀ ਮੁਸੀਬਤ ਵਿੱਚ ਹੈਗਾ। ਕਿਹੜੀ ਮੁਸੀਬਤ ਵਿੱਚ? ਕਿਸ ਤਰ੍ਹਾਂ ਫੜੇ ਗਏ? ਕੁਝ ਦੱਸਿਆ ਉਹਨਾਂ ਨੇ? ਨਹੀਂ ਇਸ ਤਰ੍ਹਾਂ ਨੇ ਨਹੀਂ ਦੱਸਿਆ ਕਿ ਮੈਂ ਉਹ ਵਾਕਈ ਤੁਹਾਡੇ ਸ਼ੋਹਰ ਸਨ ਨਾ? ਹਾਂਜੀ ਤੇ ਸਾਡੇ ਫਿਰ ਤੁਸੀਂ ਦੱਸੋ ਕਿ ਤੁਹਾਡੇ ਸ਼ੋਹਰ ਸਨ ਤੇ ਤੁਸੀਂ ਕਿਹੜੀ ਤਕਲੀਫ ਚ ਹੈਗੇ ਹੋ? ਨਹੀਂ ਤੇ ਇਹ ਲੋਕ ਸਮਝਣਗੇ ਕਿ ਸ਼ਾਇਦ ਇਹ ਤੁਹਾਡੇ ਬੱਚੇ ਨਹੀਂ ਹੈਗੇ, ਤੁਸੀਂ ਝੂਠ ਬੋਲਦੇ ਪਏ ਹੋ। ਔਰ ਅਗਰ ਵਾਕਈ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਤਾਂ ਲੋਕਾਂ ਨੂੰ ਖੁੱਲ ਖਿਲਾ ਕੇ ਆਪਣੀ ਕਹਾਣੀ ਦੱਸੋ ਕਿ ਤੁਹਾਡਾ ਫੇਸ ਜਿਹੜਾ ਹੈ ਉਹ ਪੂਰੀ ਆਵਾਮ ਦੇਖਦੀ ਪਈ ਹੈ ਕਿ ਵਾਕਈ ਤੁਸੀਂ ਮਾਸੂਮ ਹੋ। ਤਾਂ ਨਹੀਂ ਸਮਝ ਆ ਰਹੀ ਕਿ ਕੈਮਰੇ 'ਚ ਕਿਸ ਤਰ੍ਹਾਂ ਆਈਦਾ ਹੈ, ਕਿਉਂਕਿ ਤੁਸੀਂ ਕੋਈ ਕੈਮਰੇ 'ਚ ਆਉਣ ਵਾਲੇ ਬੰਦੇ ਥੋੜੀ ਹੋ ਜੀ। ਤੇ ਕਿਸ ਤਰ੍ਹਾਂ ਤੁਸੀਂ ਕੋਸ਼ਿਸ਼ ਕੀਤੀ ਇੱਥੋਂ ਤੱਕ ਪਹੁੰਚਣ ਦੀ ਔਰ ਆਪਣੀ ਆਵਾਜ਼ ਪਹੁੰਚਾਉਣ ਲਈ, ਇਹ ਤੁਹਾਨੂੰ ਅੱਜ ਦੱਸਣਾ ਪਏਗਾ। ਅਸੀਂ ਬੜੀ ਕੋਸ਼ਿਸ਼ ਕੀਤੀ ਪਹਿਲਾਂ ਤੇ ਸ਼ਹਿਰ ਭੱਜ ਤੇ ਸਾਰੇ 4 ਸ਼ਹਿਰ ਭੱਜਦੇ ਰਹੇ, ਸਾਰੇ ਪਾਸੇ ਭੱਜੇ, ਸਾਰਾ ਕੋਈ ਹੱਲ ਨਹੀਂ ਹੋਇਆ। ਮੁੜ ਉੱਥੋਂ ਚੱਲਿਆ ਤੇ ਇੱਥੇ ਤੱਕ ਆਏ ਤੇ ਬੜੀ ਮੁਸ਼ਕਿਲਾਂ ਨਾਲ ਇੱਥੇ ਪਹੁੰਚਿਆ। ਭੱਜ ਤੇ ਕੋਈ ਸਾਡੀ ਗੱਲ ਨਹੀਂ ਸੁਣਦਾ, ਕੋਈ ਫਰਿਆਦ ਨਹੀਂ ਸੁਣਦਾ ਪਿਆ ਤੇ ਕਿਤੇ ਜਾਣੇ ਉੱਥੇ ਧੱਕੇ ਦੇ ਕੇ ਬਾਹਰ ਕੱਢ ਦਿੰਦੇ ਨੇ, ਚੱਲੋ। ਤੇ ਮੇਰੇ ਬੱਚੇ ਨੇ ਛੱਡੇ। ਤੁਹਾਡੀ ਸ਼ਕਲ ਦੇਖ ਕੇ ਤੇ ਇੰਜ ਲੱਗਦਾ ਹੀ ਨਹੀਂ ਕਿ ਤੁਸੀਂ ਕਿਤੇ ਦਫ਼ਤਰ ਦੇ ਬਾਹਰ ਜਾ ਕੇ ਕੋਈ ਘੰਟਾ ਵੀ ਬੈਠ ਸਕਦੇ ਹੋ। ਇਹ ਤੇ ਇੰਜ ਲੱਗਦਾ ਤੁਸੀਂ ਉੱਥੇ ਹੀ ਖਤਮ ਹੋ ਜਾਵੋਗੇ। ਇਹ ਸਾਰੀ ਕੰਡੀਸ਼ਨ ਤੁਹਾਡੀ 1 ਸਾਲ ਚ ਖਰਾਬ ਹੋਈ ਹੈ ਜੀ। ਤੁਸੀਂ ਉਹਨਾਂ ਦੇ ਕੀ ਲੱਗਦੇ ਹੋ? जी मैं तो बड़ा भाई हूँ। 3 ਮਹੀਨੇ ਬਾਅਦ ਜਦੋਂ ਪਹਿਲੀ ਕਾਲ ਆਈ ਸੀ ਤੇ ਤੁਹਾਨੂੰ ਕੀ ਉਹਨਾਂ ਨੇ ਪੂਰੀ ਤਫਸੀਲ ਦੱਸੀ ਕਿ ਕੀ ਮਸਲੇ ਮਸਾਇਲ ਹੋਏ ਨੇ? जी 3 महीने बाद उन्हें कॉल की थी घर। इन्होंने मैंने दसिया कि आ मसला है कि जेल विच है। ਤੇ ਫਿਰ ਮੇਰੇ ਲਈ ਕਾਲ ਆਈ ਸੀ ਕਿ ਮੈਂ ਸੁਣਿਆ ਹਾਂ ਵੀ ਤੂੰ ਕਿੱਥੇ ਹੈਗਾ। ਕਹਿੰਦਾ ਮੈਂ ਜੇਲ੍ਹ 'ਚ ਹੈਗਾ ਵਾਂ ਤੇ ਫਰਾਣੀ ਬੁੱਢੀ ਹੈ ਉਹਨੇ ਬੇਗਮਕੋਟ 'ਚ ਮੈਨੂੰ ਭੇਜਿਆ, पेशावर भेज ਦਿੱਤਾ ਹੈ ਤੇ पेशावर मैं आ गया, इधर आ गया। ਉਹਨਾਂ ਮੈਂ ਧਮਕਿਆ ਕਿ ਮਾਰ ਦਾਂਗੇ, ਫਲਾਣਾ ਇਹ ਕਰ ਦੇ ਉਹ ਕਰ ਦੇ, ਕਿਸੇ ਨੂੰ ਦੱਸਿਆ ਤਾਂ। ਤੇ ਫਿਰ ਮੈਂ ਕਿਹਾ ਅੱਛਾ ਕੋਈ ਹੱਲ ਕੱਢਣਾ ਹੈ ਤੇ ਉਹਨਾਂ ਕਿਹਾ ਹੱਲ ਤੁਸੀਂ ਨਾ ਕੱਢੋ ਤੁਹਾਨੂੰ ਵੀ ਕੁਝ ਕਰਨਗੇ। ਤੇ ਫਿਰ ਕਰਾਉਂਦੇ ਨੇ ਕਰਾਉਂਦੇ ਰਹੇ, ਫਿਰ ਵੀ ਕਿਹੜਾ ਮੈਂ ਕਿਹਾ ਮੈਂ ਕੋਈ ਮਸਲਾ ਹੱਲ ਕਰਨਾ ਵਾ। ਯਾਨੀ ਕਿ ਜਿਹੜੀ ਔਰਤ ਇੱਥੇ ਸੀ ਉਹ ਇਹਨਾਂ ਦੇ ਬੀਵੀ ਬੱਚਿਆਂ ਨੂੰ ਵੀ ਧਮਕੀਆਂ ਲਗਾਉਂਦੀ ਪਈ ਸੀ? ਹਾਂਜੀ, ਉਹ ਧਮਕੀਆਂ ਲਗਾ ਰਹੀ ਸੀ ਤੇ ਮੈਂ ਉਹਦੇ ਘਰ ਗਿਆ, ਮੈਂ ਪੁੱਛਦਾਸ ਕੀਤੀ ਅਖਤਰ ਕੋਲੋਂ। ਉਹਨੇ ਕਹਿੰਦਾ ਬਾਜੀ ਤੁਸੀਂ ਬੋਲੋ ਨਾ, ਤੁਹਾਡੀ ਸੁਣੀ ਜਾਏਗੀ, ਤੁਸੀਂ ਦੱਸੋਗੇ ਤੇ
ਮਰੀਮ ਨਵਾਜ਼ ਸਾਹਿਬਾ ਬੜੇ ਬੜੇ ਲੋਕਾਂ ਨੂੰ ਸੁਣਦੇ ਨੇ, ਤੁਹਾਡੀ ਵੀ ਸੁਣਨਗੇ, ਜ਼ਰੂਰ ਸੁਣਨਗੇ। ਤੇ ਉਹਨੇ ਮੇਰੇ ਭਾਈ ਦੱਸਿਆ ਫਲਾਣੀ ਜਗ੍ਹਾ ਤੇ ਬੁੱਢੀ ਰਹਿੰਦੀ, ਤੂੰ ਉਹਨੂੰ ਜਾ ਕੇ ਮਿਲ ਕੇ ਮੇਰਾ ਨਾਂ ਨਾ ਲਈ। ਮੈਂ ਗਿਆ ਉਹਦੇ ਘਰ, ਨੇ ਮੈਨੂੰ ਪਾਸਪੋਰਟ ਵਿਖਾਇਆ, ਉਹਨੇ ਕਿਹਾ ਜੀ ਮੈਂ ਆ ਬੰਦੇ ਚਲਾਣੀ ਆ, ਮੈਂ ਪੈਸੇ ਦੇਣੀ ਆ। ਮੈਂ ਕਿਹਾ ਫਿਰ ਉਧਰ ਪੈਸੇ ਸਾਡੇ ਵੱਲ ਕੋਈ ਨਹੀਂ, ਤੁਸੀਂ ਤਾਂ ਬੰਦੇ ਵੇਚ ਰਹੇ ਜੇ। ਹਾਂਜੀ। ਤੇ ਬੰਦੇ ਵੇਚ ਰਹੇ ਨੇ, ਸਾਡਾ ਕੀ ਹੱਲ? ਹੁਣ ਤਾਂ ਫਾਂਸੀ ਹੋ ਚੱਲੀ ਹੈ। ਸਾਡੀ ਇਹ ਗੁਜ਼ਾਰਤ ਹੈ ਕਿ ਸਾਨੂੰ, ਮੇਰਾ ਭਰਾ ਜਿਹੜਾ ਉਹ ਫਾਂਸੀ ਲੱਗਣ ਲੱਗੀ ਹੈ, ਤੇ ਮਰੀਮ ਅੱਗੇ ਸਾਡੀ ਗੁਜ਼ਾਰਿਸ਼ ਹੈ ਕਿ ਅੱਲਾਹ ਤਾਲਾ ਜੇ। ਇਹ ਤੁਹਾਨੂੰ ਕਦੋਂ ਪਤਾ ਚੱਲਿਆ ਕਿ ਉਹਨਾਂ ਨੂੰ ਫਾਂਸੀ ਲੱਗਣ ਲੱਗੀ? ਉਹ ਜੀ ਮੈਨੂੰ 25 ਤਰੀਕ ਨੂੰ ਪਤਾ ਲੱਗਿਆ ਵੇ। ਇਹ ਆਖਰੀ 25 ਅਪ੍ਰੈਲ ਨੂੰ ਤੁਹਾਨੂੰ ਫੋਨ ਆਇਆ? ਹਾਂਜੀ, ਤੇ ਉਹ ਵੀ ਮੇਰਾ ਡਾਇਰੈਕਟ ਰਾਬਤਾ ਉਹਨੇ ਕੀਤਾ ਵੇ ਕਿ ਮੈਨੂੰ ਬਚਾ ਲਓ। ਜਿਹੜੇ ਨੰਬਰ ਤੋਂ ਕਾਲ ਆਈ ਉਹ ਕਿੱਥੋਂ ਦਾ ਨੰबर ਸੀ? वो जी सऊदीया का 0096। बिल्कुल, और नंबर आपको वो नंबर स्क्रीन पे दिखाएंगे जिस नंबर से इनको जो है वो बार बार सऊदीया से कॉल आ रही थी, और वो कॉल इनके कि वो गवर्नमेंट के कॉल थी, जहां पे वो बंदा जो अख्तर नमी शख्स जो है वो इस टाइम जेल में बंद है और चंद दिनों का मेहमान है। हाँ जी, बेगुनाह है, कोई ऐसा मसला नहीं है, ना ही ऐसे है जो बंदे हैं कि बच्चे छोटे छोटे साड़ी हाथा सी बन मरियम अगे कि साड़ी फरियाद सुने, ਤੇ ਛੋਟੇ ਛੋਟੇ ਬੱਚੇ ਨੇ ਕਿਹਨਾਂ ਦੇ ਬੂਹੇ ਤੇ ਭੇਜਿਆ ਸੀ। ਬਿਲਕੁਲ ਬਾਜੀ, ਤੁਸੀਂ ਪਰੇਸ਼ਾਨ ਨਾ ਹੋ, ਤੁਸੀਂ ਸਾਹਮਣੇ ਦੇਖ ਕੇ ਗੱਲ ਕਰੋ ਕਿ ਮਰੀਮ ਨਵਾਜ਼ ਸਾਹਿਬਾ ਤੇ ਹਰ ਕਿਸੇ ਦੀ ਸੁਣਦੇ ਨੇ, ਤੁਸੀਂ ਉਹਨਾਂ ਨੂੰ ਫਰਿਆਦ ਕਰੋ, ਇੱਕ ਦਫਾ ਕਰੋ ਤੇ ਸਹੀ, ਤੁਹਾਡੀ ਕਿਉਂ ਨਾ ਸੁਣਨਗੇ? ਇਹ ਤੇ ਹੋ ਨਹੀਂ ਸਕਦਾ। ਬਹੁਤ ਫਰਿਆਦ ਹੈ ਮਰੀਮ ਨਵਾਜ਼ ਨਾਲ ਕਿ ਸਾਡੀ ਫਰਿਆਦ ਸੁਣੇ ਤੇ ਸਾਡਾ ਹੱਲ ਕਰੇ, ਮੇਰੇ ਸ਼ੌਹਰ ਨੂੰ ਘਰ ਲੈ ਆਵੇ, ਉਹਦਾ ਕੋਈ ਹੱਲ ਕਰੇ। ਇਹ ਤੁਹਾਡਾ ਹੀ ਸ਼ੋਹਰ ਹੈ ਨਾ? ਇਹ ਤਸਵੀਰ ਦਿਖਾਓ ਕਿ ਇਹਦੀ ਪਹਿਚਾਨ ਕਰਨ। ਇਹ ਮੇਰਾ ਸ਼ੌਹਰ ਹੈ, ਇਹਦੀ ਪਹਿਚਾਨ ਕਰੋ ਤੇ ਤੁਹਾਡਾ ਗੁਜ਼ਾਰਿਸ਼ ਹੈ ਕਿ ਤੁਹਾਨੂੰ ਹੱਥ ਜੋੜ ਕੇ ਮਿੰਨਤ ਕਰਨੇ ਆ ਕਿ ਮੇਰੇ ਸ਼ੌਹਰ ਦਾ ਕੋਈ ਹੱਲ ਕਰੋ ਉਹਨੂੰ। ਜੇ ਤੁਸੀਂ ਕਹਿੰਦੇ ਹੋ ਤੇ ਅਸੀਂ ਤੁਹਾਡੇ ਦਫ਼ਤਰ ਦੇ ਅੱਗੇ ਆ ਕੇ ਬਹਿ ਜਾਂਦੇ ਆ, ਜਿੱਥੇ ਕਹਿੰਦੇ ਹੋ ਅਸੀਂ ਆ ਜਾਂਦੇ ਆ। ਤੁਸੀਂ ਕਹਿੰਦੇ ਹੋ ਸਾਡੀ ਫਰਿਆਦ ਬਸ ਤੁਹਾਡੇ ਕੋਲ ਆਣੀ ਚਾਹੀਦੀ। ਅਸੀਂ ਇਹਨਾਂ ਦੇ ਪੈਰ ਵੀ ਫੜਨੇ ਆਨੇ, ਇਹਨਾਂ ਦੇ ਪੈਰ ਵੀ ਫੜਨੇ ਆਨੇ, ਮਿੰਨਤ ਕਰਨੇ ਸਾਡਾ ਭਾਈ ਸਾਡਾ ਬਚਾ ਦੇਵੇ, ਇਹਨਾਂ ਸ਼ੌਹਰ ਬਚਾ। ਛੋਟੇ ਜਿਹੇ ਬੱਚੇ ਕੋਈ ਨਹੀਂ ਕਿਸੇ ਦਾ ਹੈਗਾ, ਇਹਨੂੰ ਕਿਹੜੇ ਬੂਹੇ ਤੇ ਸੁੱਟ ਗਿਆ ਸੀ, ਸਾਰੀ ਮਿੰਨਤ ਕਰਨੇ ਆ। जी नाजरीन, मरीम नवाज साहिबा बहुत फरियादकारी हैं, ये हमारी बहन जो है वो बहुत ज्यादा फरियादकारी हैं। सिर्फ आपसे उम्मीद है, क्योंकि आप वज़ीर-ए-आला पंजाब जब से बनी हैं, सबको उम्मीदें हैं आपसे कि आप जो है वो उन खवातीन की सुनेंगी जिन खवातीन का जिनका कोई सुनने वाला नहीं है। तो ये हमारी बहन, आप गौर से देखें, आपको इसकी शक्ल से कहाँ लगता है कि ये चालाक है, ये जगह जगह जा सकती है? ये तो बड़ी बड़ी मर्द है, किसी को पता ना चले जितनी उसकी जान है, और 4 बच्चे जो कि साल के बच्चे हैं उनके। और रिक्वेस्ट है आपसे कि हमारी तरफ से भी, इनकी तरफ से भी इस केस को फैलाएं और इसको हल करें। पैसा नहीं चाहिए इनको, अपनी शख्स की जान जो है वो बख्शिश में चाहिए, उसको छुड़वा दें जो सऊदीया की जेल में है और चंद दिन का मेहमान है। ये रिक्वेस्ट है इन सब की तरफ से कि उनको छुड़वा दें। जी बाजी, यही बात है? जी यही बात है, हम उनसे रिक्वेस्ट करते हैं और उनको बड़ी मेहरबानी बस चुप करें आप, अल्लाह ताला बेहतर करेगा इंशाल्लाह। जरूर मरीम नवाज साहबा सुनेंगी, जरूर सुनेंगी, वो सबकी सुनती हैं और वो आपकी भी जरूर सुने। सोनिया नाम है इनका और अख्तर नाम है इनके हस्बैंड का, शोहर का, जो इस टाइम पे सऊदीया में है और मरने के करीब है। उसको बचा लें और हमारे साथ रहें, हमारी मदद करें। अल्लाह।